ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਖਾਸ ਤੌਰ ਤੇ ਅੱਜ ਗੱਲਬਾਤ ਕਰਾਂਗੇ ਖੇਤੀ ਕਾਨੂੰਨਾਂ ਨੂੰ ਲੈ ਕੇ। ਦੁਬਾਰਾ ਚਰਚਾ ਛਿੜੀ ਹੈ ਕਿ ਦੁਬਾਰਾ ਕੇਂਦਰ ਸਰਕਾਰ ਜਿਹੜੀ ਹੈ ਉਹ ਖੇਤੀ ਕਾਨੂੰਨ ਲਿਆ ਸਕਦੀ ਹੈ ਕਿ ਵਾਕਈ ਖੇਤੀ ਕਾਨੂੰਨ ਆਉਣਗੇ, ਜੇ ਆਉਣਗੇ ਤਾਂ ਲਾਹੇਵੰਦ ਹੋਣਗੇ ਜਾਂ ਨੁਕਸਾਨਦਾਇਕ ਹੋਣਗੇ। ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹ ਇਹਨਾਂ ਖੇਤੀ ਕਾਨੂੰਨਾਂ ਦਾ ਸਿਰਫ ਔਰ ਸਿਰਫ ਵਿਰੋਧ ਹੀ ਕਰ ਰਹੇ ਸੀ, ਪਰ ਹੁਣ ਪੰਜਾਬ ਦੇ ਕੁਝ ਕਿਸਾਨ ਜਿਹੜੇ ਆ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਦੇ ਵਿੱਚ ਵੀ ਨੇ। ਕਿਉਂ ਨੇ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੇਜਰੀਵਾਲ ਦੇ ਪੰਜਾਬ ਦੇ ਇੱਕ ਮੰਤਰੀ ਨੇ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ। ਕੀ ਕੁਝ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਤੇ ਉਸ ਚਿੱਠੀ ਦੇ ਉੱਪਰ ਹੁਣ ਕੇਜਰੀਵਾਲ ਕਰਨਗੇ ਕੀ, ਇਸ ਤੇ ਗੱਲਬਾਤ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਹਾਈ ਕਮਾਂਡ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਰਾਹੁਲ ਸੋਨੀਆ ਗਾਂਧੀ ਦੇ ਨਾਲ ਅਲੱਗ-ਅਲੱਗ ਜਿਹੜੀ ਮੁਲਾਕਾਤ ਕੀਤੀ ਗਈ ਹੈ। ਕੀ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਤੇ ਮੁਲਾਕਾਤ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਵੱਲੋਂ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਆਪਣੇ ਲੀਡਰਾਂ ਨੂੰ, ਉਹ ਕੀ ਧਮਕੀ ਹੈ, ਕੀ ਕੁਝ ਕਹਿੰਦੇ ਨੇ, ਸਿੱਧੂ ਹੁਣ ਕੀ ਕਰਨਗੇ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਸੁਖਵਿੰਦਰ ਸਿੰਘ ਜੀਓ। ਸਰ, ਸ਼ੁਰੂਆਤ ਜਿਹੜੀ ਹੈ ਆਪਾਂ ਖੇਤੀ ਕਾਨੂੰਨਾਂ ਵਾਲੀ ਖਬਰ ਤੋਂ ਹੀ ਕਰੀਏ। ਨੀਤੀ ਆਯੋਗ ਦੀ ਰਿਪੋਰਟ ਛਪੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੁਬਾਰਾ ਤੋਂ ਕੇਂਦਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਿਹੜੇ ਖੇਤੀ ਕਾਨੂੰਨ ਜਿਹੜੇ ਆਏ ਸੀਗੇ ਉਹਨਾਂ ਦੇ ਉੱਪਰ ਦੁਬਾਰਾ ਚਰਚਾ ਕਰ ਲੈਣੀ ਚਾਹੀਦੀ ਹੈ। ਤੇ ਹੁਣ ਇਸ ਖਬਰ ਤੋਂ ਬਾਅਦ ਜਿਹੜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਦੁਬਾਰਾ ਜੇ ਖੇਤੀ ਕਾਨੂੰਨ ਲਿਆਉਣ ਦੀ ਗੱਲ ਕਰੋਗੇ ਤਾਂ ਅਸੀਂ ਪਹਿਲਾਂ ਵਾਂਗੂ ਅੰਦੋਲਨ ਲਾ ਦਾਂਗੇ। ਪਰ ਉਧਰ ਤਸਵੀਰ ਕੁਝ ਹੋਰ ਦਿਖਾਈ ਦਿੰਦੀ ਹੈ। ਮੋਗੇ ਦੇ ਵਿੱਚ ਅਡਾਨੀਆਂ ਦੇ ਸਾਈਲੋ ਗਰੁੱਪ ਦੇ ਬਾਹਰ ਟਰਾਲੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਨੇ ਤੇ ਉਹ ਕਹਿੰਦੇ ਜੀ ਸਾਨੂੰ ਇਹ ਗੋਦਾਮ ਜਿਹੜੇ ਆ ਇਹ ਅਡਾਨੀਆਂ ਦੇ ਗੋਦਾਮ ਸਾਡੇ ਲਈ ਲਾਹੇਵੰਦ ਬੜੇ ਨੇ, ਅਸੀਂ ਇੱਥੇ ਸੁਖੀ ਬੜੇ ਆ, ਜਦ ਕਿ ਇਹਨਾਂ ਦਾ ਵੀ ਵਿਰੋਧ ਉਦੋਂ ਕਿਸਾਨ ਅੰਦੋਲਨ ਦੇ ਵਿੱਚ ਹੋ ਰਿਹਾ ਸੀ। ਕਿਵੇਂ ਦੇਖਦੇ ਹੋ ਕਿ ਹੁਣ ਜੇ ਨਵੇਂ ਖੇਤੀ ਕਾਨੂੰਨ ਆਉਂਦੇ ਆ ਕੀ ਸਥਿਤੀਆਂ ਜਿਹੜੀਆਂ ਰਹਿਣ ਵਾਲੀਆਂ ਨੇ? ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਗੱਲ ਦੱਸਾਂਗਾ ਕਿ ਜਿਹੜੀ ਗਲਤੀ ਸਰਕਾਰ ਨੇ 3 ਕਾਨੂੰਨਾਂ ਨੂੰ ਬਣਾਉਣ ਵੇਲੇ ਕੀਤੀ ਉਹ ਗਲਤੀ ਸੀਗੀ ਕਿ ਕੇਂਦਰ ਦੀ ਸਰਕਾਰ ਨੇ ਕਰੋਨਾ ਦੇ ਦੌਰਾਨ ਕਿਸਾਨਾਂ ਨਾਲ ਕੋਈ ਸਲਾਹ ਮਸ਼ਵਰਾ ਕੀਤੇ ਬਿਨਾਂ 3 ਕਾਨੂੰਨ ਲੈ ਆਂਦੇ, ਜਿਹਦੇ ਕਰਕੇ ਜਿਹੜੀ ਕਿਸਾਨ ਜਥੇਬੰਦੀਆਂ ਦੇ ਮਨ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਸ਼ੰਕਾ ਪੈਦਾ ਹੋ ਗਈ ਉਹ 3 ਕਾਨੂੰਨਾਂ ਦੇ ਬਾਰੇ। ਮੈਂ ਇਹ ਸਮਝਦਾ ਹਾਂ ਕਿ ਜੇਕਰ ਕੇਂਦਰ ਦੀ ਸਰਕਾਰ ਨੇ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਹੁੰਦਾ, ਸ਼ਾਇਦ ਜਿਸ ਕਿਸਮ ਦਾ ਵਿਰੋਧ ਕਿਸਾਨਾਂ ਦੀਆਂ ਜਥੇਬੰਦੀਆਂ ਨੇ 3 ਕਾਨੂੰਨਾਂ ਦਾ ਕੀਤਾ, ਸ਼ਾਇਦ ਕੋਈ ਤਸਵੀਰ ਹੋਰ ਹੁੰਦੀ। ਪਰੰਤੂ ਕੁਝ ਡਰ ਜ਼ਰੂਰ ਕਿਸਾਨਾਂ ਦੇ ਜੈਨੂਅਨ ਸੀਗੇ, ਜਿਨ੍ਹਾਂ ਡਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਸੁਣਨਾ ਬਣਦਾ ਸੀਗਾ ਔਰ ਕਿਸਾਨਾਂ ਨੂੰ ਕੌਨਫੀਡੈਂਸ ਵਿੱਚ ਲੈਂਦੇ ਹੋਏ ਉਹਨਾਂ ਦਾ ਹੱਲ ਲੱਭਣਾ ਚਾਹੀਦਾ। ਉਹ ਕਿਸਾਨਾਂ ਦਾ ਇਤਰਾਜ਼ ਮੇਨ ਇਹ ਸੀਗਾ ਕਿ ਜੇ ਸਰਕਾਰੀ ਮੰਡੀਆਂ ਦੇ ਨਾਲ ਪ੍ਰਾਈਵੇਟ ਮੰਡੀਆਂ ਆ ਗਈਆਂ ਫਿਰ ਪ੍ਰਾਈਵੇਟ ਮੰਡੀਆਂ ਸਰਕਾਰੀ ਮੰਡੀਆਂ ਨੂੰ ਖਤਮ ਕਰ ਦੇਣਗੀਆਂ, ਤੇ ਨਾਲ ਦਲੀਲ ਇਹ ਸੀਗੀ ਕਿ ਪ੍ਰਾਈਵੇਟ ਮੰਡੀਆਂ ਵਿੱਚ ਫਿਰ ਕਿਸਾਨਾਂ ਨੂੰ ਜਿਹੜਾ MSP ਵਰਗਾ ਭਾਅ ਨਹੀਂ ਮਿਲੇਗਾ, ਫਿਰ ਜਿਹੜੇ ਟ੍ਰੇਡਰਸ ਨੇ ਉਹ ਕਿਸਾਨਾਂ ਦੀ ਐਕਸਪਲੋਇਟੇਸ਼ਨ ਕਰਨਗੇ। ਨਾਲ ਦੂਜਾ ਇਹ ਗੱਲ ਸੀ ਕਿ ਜਿਹੜੀਆਂ ਆੜਤੀਆਂ ਕੋਲੇ ਉਹ ਜਾਂਦੇ ਨੇ ਤਾਂ ਆੜਤੀਆਂ ਤੋਂ ਅੜੇ ਥੋੜੇ ਉਹ ਪੈਸੇ ਲੈ ਲੈਂਦੇ ਨੇ ਤੇ ਕੰਪਨੀਆਂ ਦੇ ਵਿੱਚ ਕਿਸੇ ਨਾਲ ਜਾਣ ਪਛਾਣ ਨਹੀਂ ਹੋਣੀ, ਕਿਸੇ ਮੈਨੇਜਰ ਦੇ ਨਾਲ ਜਾਣ ਪਛਾਣ ਨਹੀਂ ਹੋਣੀ। ਜਿਵੇਂ ਹੁਣ ਟਰਾਲੀਆਂ ਸਿੱਟ ਕੇ ਆ ਜਾਂਦੇ ਆ ਤੇ ਉਹ ਜਿਹੜੇ ਆ ਪੈਸੇ ਲੈ ਕੇ ਵਾਪਸ ਆ ਜਾਂਦੇ ਆ ਤੇ ਦੁਬਾਰਾ ਉਹਨਾਂ ਦਾ ਤਾਲਮੇਲ, ਉਹਨਾਂ ਦੇ ਨਾਲ ਸੰਪਰਕ ਉਦੋਂ ਹੀ ਹੁੰਦਾ ਜਦੋਂ ਅਗਲੀ ਫਸਲ ਸਿੱਟਣ ਜਾਣਾ। ਤੇ ਬਾਹਰ ਆੜਤੀਆਂ ਦੇ ਨਾਲ ਉਹਨਾਂ ਦਾ ਤਾਲਮੇਲ ਇੱਕ ਵਧੀਆ ਪਰਿਵਾਰਕ ਰਿਸ਼ਤੇ ਵਾਂਗ ਹੈ। ਪੈਸੇ ਆੜੇ ਥੋੜੇ ਫੜ ਲੈਂਦੇ ਆ ਕਿ ਵੀ ਉਹਨਾਂ ਨੂੰ ਸੌਖਾ ਜਾਪਦਾ ਸੀ ਇੱਧਰਲੇ ਪਾਸੇ। ਨਹੀਂ, ਇਹ ਗੱਲ ਇਹ ਸੋਸ਼ਲ ਪਹਿਲੂ ਹੈ। ਇਹ ਸੋਸ਼ਲ ਪਹਿਲੂ ਦੀ ਆਪਾਂ ਗੱਲ ਕਰਨੀ ਸੀ, ਪਰੰਤੂ ਜਿਹੜੀਆਂ 2 ਵੱਡੀਆਂ ਗੱਲਾਂ ਸੀ ਨਾ, ਉਹ ਇੱਕ ਗੱਲ ਮੇਰੀ ਜਿਹੜੀ ਤੁਸੀਂ ਵਿਚਕਾਰ ਟੋਕ ਦਿੱਤੀ ਉਹ ਇਹ ਸੀਗੀ ਕਿ ਜੇ ਪ੍ਰਾਈਵੇਟ ਮੰਡੀਆਂ ਸਰਕਾਰੀ ਮੰਡੀਆਂ ਦੇ ਨਾਲ ਐਗਜ਼ਿਸਟ ਕਰਦੀਆਂ ਨੇ, ਫਿਰ ਪ੍ਰਾਈਵੇਟ ਮੰਡੀਆਂ ਸਰਕਾਰੀ ਮੰਡੀਆਂ ਨੂੰ
ਖਤਮ ਕਰ ਦੇਣਗੀਆਂ। ਬਿਲਕੁਲ। ਨਾਲ ਇਹ ਵੀ ਦਲੀਲ ਸੀਗੀ ਕਿ ਜਿਵੇਂ ਕਿ ਪ੍ਰਾਈਵੇਟ ਮੰਡੀਆਂ ਵਿੱਚ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਵਗੈਰਾ ਨਹੀਂ ਲੱਗੇਗਾ ਤੇ ਜਿਹੜੀ ਬਚਤ ਪ੍ਰਾਈਵੇਟ ਟਰੇਡਰਸ ਨੂੰ ਹੋਏਗੀ ਉਹ ਪੈਸਾ ਪ੍ਰਾਈਵੇਟ ਟਰੇਡਰਸ ਸ਼ੁਰੂ ਦੇ ਦਿਨਾਂ ਵਿੱਚ ਕਿਸਾਨਾਂ ਨੂੰ ਦੇ ਦੇਣਗੇ ਤੇ ਫਿਰ ਕਿਸਾਨ ਸਰਕਾਰੀ ਮੰਡੀਆਂ ਵਿੱਚ ਜਾਣੋਂ ਹਟ ਜਾਣਗੇ, ਜਿਹਦੇ ਸਿੱਟੇ ਵਜੋਂ ਸਰਕਾਰੀ ਮੰਡੀਆਂ ਬਰਬਾਦ ਹੋ ਜਾਣਗੀਆਂ। ਜਦੋਂ ਸਰਕਾਰੀ ਮੰਡੀਆਂ ਖਤਮ ਹੋ ਗਈਆਂ ਫਿਰ ਕਿਸਾਨ ਪ੍ਰਾਈਵੇਟ ਟਰੇਡਰ ਦੇ ਰਹਿਮੋ ਕਰਮ ਤੇ ਆ ਜਾਣ। ਤੇ ਦੂਜਾ ਇਹਨਾਂ ਨੂੰ ਕਰਜ਼ਾ ਜੀ ਕਿ ਮਨਮਰਜ਼ੀ ਕਰਨ ਲੱਗ ਜਾਣਗੇ ਪ੍ਰਾਈਵੇਟ ਜਿਹੜੇ ਟਰੇਡਰਸ। ਐਕਸਪਲੋਇਟੇਸ਼ਨ ਸ਼ਬਦ ਲੁੱਟ ਖਸੁੱਟ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਕਾਰਟਲ ਬਣਾ ਕੇ, ਜਥੇਬੰਦੀ ਬਣਾ ਕੇ ਜੋ ਮਰਜ਼ੀ ਦਾ ਭਾਅ ਦਿਓ। ਜਦੋਂ ਖਰੀਦਦਾਰ ਹੀ ਸਾਰੇ ਪ੍ਰਾਈਵੇਟ ਟਰੇਡਰਸ ਨੇ ਤੇ ਫਿਰ ਉਹ ਮਰਜ਼ੀ ਦੀ ਜਥੇਬੰਦੀ ਬਣਾ ਕੇ ਮਰਜ਼ੀ ਦੇ ਭਾਅ ਦੇਣ, ਉਹਨੂੰ ਐਕਸਪਲੋਇਟੇਸ਼ਨ ਸ਼ਬਦ ਕਿਸਾਨਾਂ ਨੇ ਯੂਜ਼ ਕੀਤਾ ਸੀ। ਦੂਜਾ ਵੱਡਾ ਇਤਰਾਜ਼ ਸੀਗਾ ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਗਈ, ਜਿਹਦੇ ਸਿੱਟੇ ਵਜੋਂ ਕਿਸਾਨਾਂ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਨਾ ਉਹਨੂੰ ਹਜਮ ਕਰ ਲੈਣਗੇ ਪ੍ਰਾਈਵੇਟ ਅਦਾਰੇ। ਸੋ ਕੰਟਰੈਕਟ ਫਾਰਮਿੰਗ ਮੇਜਰ ਆਬਜੈਕਸ਼ਨ ਵਾਲੀ ਗੱਲ ਸੀਗੀ, ਪ੍ਰਾਈਵੇਟ ਮੰਡੀਆਂ ਵਾਲੀ ਦੂਜੀ ਆਬਜੈਕਸ਼ਨ ਵਾਲੀ ਗੱਲ ਸੀ। ਤੀਜੀ ਗੱਲ ਜਿਹੜੀ ਤੁਸੀਂ ਕੀਤੀ ਆ, ਕਿਸਾਨਾਂ ਨੇ ਇਹ ਵੀ ਗੱਲ ਕਹੀ ਕਿ ਜੇਕਰ ਅਸੀਂ ਆੜਤੀਆ ਸਿਸਟਮ ਜੇ ਖਤਮ ਕਰ ਦਿੰਦਾ, ਆੜਤੀਆ ਸਿਸਟਮ ਜਿਹੜਾ ਉਹ ਸਰਕਾਰੀ ਮੰਡੀਆਂ ਦੇ ਥਰੂ ਹੀ ਆਪਰੇਟ ਕਰਦਾ ਨਾ, ਪ੍ਰਾਈਵੇਟ ਮੰਡੀਆਂ ਤਾਂ ਆੜਤੀ ਸਿਸਟਮ ਹੈ ਨਹੀਂਗਾ, ਹੋਏਗਾ ਨਹੀਂ। ਸੋ ਇਹ ਕਹਿੰਦੇ ਸੀ ਵੀ ਜੇ ਸਰਕਾਰੀ ਮੰਡੀਆਂ ਖਤਮ ਹੋ ਜਾਂਦੀਆਂ ਨੇ, ਜਿਹੜਾ ਆੜਤੀਆ ਸਾਨੂੰ ਸਾਰਾ ਸਾਲ ਜਦੋਂ ਲੋੜ ਪੈਂਦੀ ਹੈ ਪੈਸੇ ਦਿੰਦਾ ਤੇ ਅਸੀਂ ਅੱਧੀ ਰਾਤ ਚੱਲ ਜਾਈਏ, ਦਿਨ ਨੂੰ ਚੱਲ ਜਾਈਏ, ਰਾਤੀ ਚੱਲ ਜਾਈਏ, ਉਸ ਕਿਸਮ ਦੀ ਲੋੜ ਸਾਡੀ ਜਿਹੜੇ ਲੋਕ ਪ੍ਰਾਈਵੇਟ ਮੰਡੀਆਂ ਨੂੰ ਚਲਾਉਣਗੇ ਉਹਨਾਂ ਨੇ ਸਾਡੀਆਂ ਉਸ ਕਿਸਮ ਦੀਆਂ ਲੋੜਾਂ ਨਹੀਂ ਪੂਰੀਆਂ ਕਰਨੀਆਂ। ਸੋ ਇਸ ਕਿਸਮ ਦੇ ਇਤਰਾਜ਼ ਸੀਗੇ। ਇਹ ਸਾਰੀ ਗੱਲ ਕਹਿਣ ਤੋਂ ਬਾਅਦ ਦੋ ਤਿੰਨ ਗੱਲਾਂ ਤੁਹਾਨੂੰ ਮੈਂ ਹੋਰ ਦੱਸਣੀਆਂ ਨੇ। ਜਦੋਂ 3 ਕਾਨੂੰਨ ਸਰਕਾਰ ਨੇ ਵਾਪਸ ਲਏ, ਉਦੋਂ ਦਲੀਲ ਇਹ ਦਿੱਤੀ ਗਈ ਕਿ ਕੇਂਦਰ ਦੀ ਸਰਕਾਰ ਨੇ ਇਸ ਕਰਕੇ ਕਾਨੂੰਨ ਵਾਪਸ ਲੈ ਲਏ ਨੇ ਕਿ ਕੇਂਦਰ ਦੀ ਸਰਕਾਰ ਨੂੰ ਡਰ ਹੈਗਾ ਕਿ ਜਿਹੜੀ ਜਾਟ ਲੈਂਡ ਹੈਗੀ ਹੈ ਉਹਦੇ ਵਿੱਚ ਬੀਜੇਪੀ ਨੂੰ ਇਲੈਕਸ਼ਨ ਵੇਲੇ ਨੁਕਸਾਨ ਹੋ ਸਕਦਾ ਹੈ। ਪਰੰਤੂ ਜਿਹੜੀ ਯੂਪੀ ਦੀ ਇਲੈਕਸ਼ਨ ਹੋਈ ਹੈ ਨਾ, ਉਹਦੇ ਵਿੱਚ 3 ਕਾਨੂੰਨ ਚਲੋ ਵਾਪਸ ਲੈ ਲਏ ਨੇ, ਪਰੰਤੂ ਇਹ ਤਾਂ ਸੱਚ ਆ ਨਾ ਕਿ ਜਿਹੜੀ 3 ਕਾਨੂੰਨ ਸੀਗੀ ਉਹ ਕਿਹੜੀ ਸਰਕਾਰ ਲੈ ਕੇ ਆਈ ਸੀਗੀ। ਜਾਣੀ ਇਸ ਗੱਲ ਦੀ ਕੋਈ ਵੱਡੇ ਪੈਮਾਨੇ ਤੇ ਬੀਜੇਪੀ ਨੂੰ ਯੂਪੀ ਵਿੱਚ ਨੁਕਸਾਨ ਹੋਇਆ ਹੋਵੇ, ਇਦਾਂ ਨਹੀਂ ਹੋਇਆ। ਜਿਹਦਾ ਮੈਨਾਂ ਇਹ ਹੋਇਆ ਜਿੱਥੋਂ ਸਰ ਕਿਸਾਨ ਅੰਦੋਲਨ ਇਹ ਉੱਠਿਆ ਸੀ, ਪੰਜਾਬ ਦੇ ਵਿੱਚ ਇਹ ਕਿਸਾਨ ਅੰਦੋਲਨ ਉੱਠਿਆ ਸੀ, ਇੱਥੇ ਵੀ ਕੋਈ ਨੁਕਸਾਨ ਨੂੰ ਬੀਜੇਪੀ ਨੂੰ ਹੋਇਆ। ਸਗੋਂ ਦੀ 2 ਦੀਆਂ 2 ਸੀਟਾਂ ਹੈਗੀਆਂ ਨੇ ਤੇ ਪਰਸੈਂਟੇਜ ਵੋਟ ਮੈਨੂੰ ਲੱਗਦਾ ਕਿ ਕਾਫੀ ਇਲਾਕਿਆਂ ਦੇ ਵਿੱਚੋਂ ਵਧੀ ਹੈ। ਨਹੀਂ, ਇੱਥੇ ਵਾਲੀ ਗੱਲ ਉਦੋਂ ਵੀ ਵੱਡੀ ਹੈ। ਮੈਂ ਯੂਪੀ ਦੀ ਗੱਲ ਕਰਨ ਤੋਂ ਬਾਅਦ ਪੰਜਾਬ ਤੇ ਆਉਣਾ ਸੀ। ਸੋ ਯੂਪੀ ਵਿੱਚ ਨੁਕਸਾਨ ਨਹੀਂ, ਉਹ ਤਾਂ ਉਦੋਂ ਵੱਡੀ ਗੱਲ ਹੈ ਨਾ, ਕਿਤੇ ਵੱਡੀ। ਜਿਹੜੇ ਲੋਕਾਂ ਨੇ ਕਿਸਾਨ ਸੰਘਰਸ਼ ਚਲਾਇਆ ਉਹਨਾਂ ਚੋਂ ਕੁਝ ਜਥੇਬੰਦੀਆਂ ਨੇ 2022 ਦੀ ਪੰਜਾਬ ਦੀ ਚੋਣ ਲੜੀ। ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ ਦੇ ਝੰਡੇ ਹੇਠ ਜਿਹੜੀਆਂ ਜਥੇਬੰਦੀਆਂ ਨੇ ਚੋਣ ਲੜੀ, ਉਹਨਾਂ ਦਾ ਇਲੈਕਸ਼ਨ ਵਿੱਚ ਕੀ ਹਸ਼ਰ ਹੋਇਆ ਸਾਨੂੰ ਸਭ ਨੂੰ ਪਤਾ ਹੈ। ਜਿਹਨਾਂ ਨੂੰ ਲੱਗਦਾ ਕਿ ਸਾਰਾ ਪੰਜਾਬ ਹੀ ਸਾਡੇ ਨਾਲ ਸੀ। ਠੀਕ ਹੈ ਜੀ। ਹੁਣ ਉਹਦੇ ਚੋਂ ਨਾ ਇੱਕ ਜਿਹੜੀ ਇਹ ਗੱਲ ਮੈਂ ਪਹਿਲਾਂ ਮਤਲਬ ਇਲੈਕਸ਼ਨ ਤੋਂ ਪਹਿਲਾਂ ਕਹੀ ਸੀਗੀ ਕਿ ਜੇਕਰ SSM ਇਲੈਕਸ਼ਨ ਵਿੱਚ ਹਾਰ ਜਾਂਦਾ ਫਿਰ ਕੇਂਦਰ ਦੀ ਸਰਕਾਰ ਨੂੰ ਕਹਿਣ ਨੂੰ ਇੱਕ ਦਲੀਲ ਬਣ ਜਾਏਗੀ ਕਿ ਤੁਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਦੇ ਬਿਹਾਫ ਤੇ ਲੜ ਰਹੀਆਂ ਸੀਗੀਆਂ, ਤੇ ਜੇ ਕਿਸਾਨ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਹੁੰਦੇ ਫਿਰ ਪੰਜਾਬ ਦੇ ਕਿਸਾਨ ਇਹਨਾਂ ਨੂੰ ਵੋਟ ਨਾ ਪਾਉਂਦੇ। ਜਾਣੀ ਕਿ ਇਹ ਗੱਲ ਹੁਣ ਬੀਜੇਪੀ ਕਹਿ ਸਕਦੀ ਹੈ ਕਿ ਜੇ ਪੰਜਾਬ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਨਹੀਂ ਹੈਗੇ ਜੀ, ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਿਸਾਨ ਜਥੇਬੰਦੀਆਂ 3 ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਸੀ, ਉਹਦੇ ਚ ਹੁਣ ਉਨੀ ਜਾਨ ਨਹੀਂ ਹੈਗੀ ਜਿੰਨੀ ਜਾਨ ਪਹਿਲਾਂ ਸੀ। ਡਾਕਟਰ ਸਾਹਿਬ ਇੱਕ ਇਹ ਵੀ ਸਬੂਤ ਹੈ, ਜਿਵੇਂ ਉੱਥੇ ਸਾਈਲੋ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਤੇ ਉਸ ਲਾਈਨਾਂ ਦੇ ਵਿੱਚ ਖੜੇ ਕਿਸਾਨ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਖੁਸ਼ ਦੱਸ ਰਹੇ ਆ। ਨਹੀਂ ਦੇਖੋ ਜੀ, ਜਦੋਂ ਤੁਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰੋ ਤੇ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਜੀ ਝੋਨੇ ਤੇ ਕਣਕ ਨੇ ਪੰਜਾਬ ਦੀ ਇਕੋਲੋਜੀ ਨੂੰ ਬਰਬਾਦ ਕਰ ਦਿੱਤਾ, ਕਿਸਾਨਾਂ ਦਾ ਅੱਗੇ ਜਵਾਬ ਹੁੰਦਾ ਕਿ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਝੋਨੇ ਨੇ ਪੰਜਾਬ ਦੇ ਵਾਤਾਵਰਨ ਨੂੰ ਬਰਬਾਦ ਕੀਤਾ, ਪਰੰਤੂ ਝੋਨੇ ਵਿੱਚੋਂ ਸਾਨੂੰ 4 ਪੈਸੇ ਬਚਦੇ ਨੇ, ਇਸ ਕਰਕੇ ਅਸੀਂ ਝੋਨੇ ਨੂੰ ਕਿਵੇਂ ਛੱਡ ਦਈਏ। ਜਾਣੀ ਕਿ ਕਿਸਾਨ ਨੂੰ ਜਿੱਥੋਂ 4 ਪੈਸੇ ਵੱਧ ਮਿਲਦੇ ਨੇ ਉਹ ਬਹੁਤ ਵੱਡੀ ਕੰਸੀਡਰੇਸ਼ਨ ਹੈ। ਜੇ ਹੁਣ ਪ੍ਰਾਈਵੇਟ ਅਦਾਰਿਆਂ ਕੋਲੋਂ ਕਿਸਾਨਾਂ ਨੂੰ 100 ਰੁਪਈਆ ਜਾਂ 145 ਰੁਪਈਏ ਵੱਧ ਮਿਲਦੇ ਨੇ, ਔਰ ਜਿੱਥੇ ਮਿੰਟੋ ਮਿੰਟੀ ਉਹਨਾਂ ਦੀ ਕਣਕ ਜਿਹੜੀ ਆ ਉਹ ਆਪਣਾ ਵਿਕ ਜਾਂਦੀ ਹੈ,
ਤੇ ਫਿਰ ਕਿਸਾਨ ਕਿਉਂ ਨਹੀਂ ਉੱਥੇ ਜਾਣਗੇ। ਜਾਣੀ ਕਿ ਕਿਸਾਨ ਤਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਜਿੱਥੋਂ ਸਾਨੂੰ 4 ਪੈਸੇ ਬਚਦੇ ਨੇ, ਜਿਹੜੀ ਫਸਲ ਸਾਡੇ ਲਈ ਪ੍ਰੋਫਿਟੇਬਲ ਆ, ਅਸੀਂ ਤੇ ਉਹੀ ਫਸਲ ਉਗਾਵਾਂਗੇ। ਇਦੋਂ ਅੱਗੇ ਵੀ ਕਹਿੰਦੇ ਰਹੇ ਨੇ ਕਿ ਤੁਸੀਂ ਸਾਨੂੰ ਉਹ ਫਸਲਾਂ ਜਿਹੜੀਆਂ ਸਾਡੇ ਲਈ ਪ੍ਰੋਫਿਟੇਬਲ ਹੋਣ ਉਹ ਆਲਟਰਨੇਟਿਵ ਦੇ ਦਿਓ, ਅਸੀਂ ਝੋਨਾ ਛੱਡ ਦੇਵਾਂਗੇ। ਜਾਣੀ ਕਿ ਜਿਹੜਾ ਕਿਸਾਨਾਂ ਦਾ ਪ੍ਰੋਫਿਟ ਹੈ, ਕਿਸਾਨਾਂ ਦੀ ਫਸਲ ਦਾ ਜਿਹੜਾ ਮੁੱਲ ਹੈ, ਉਹ ਕਿਸਾਨਾਂ ਲਈ ਸਭ ਤੋਂ ਵੱਡੀ ਚੀਜ਼ ਹੈਗੀ ਹੈ। ਜੇ ਇਹ ਗੱਲ ਹੈਗੀ ਹੈ, ਫਿਰ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਆਪਣੀ ਫਸਲ ਉਸ ਜਗ੍ਹਾ ਤੇ ਵੇਚਣ ਤੋਂ ਕਿੱਦਾਂ ਰੋਕ ਸਕਦੀਆਂ ਨੇ ਜਿੱਥੇ 4 ਪੈਸੇ ਉਹਨਾਂ ਨੂੰ ਵੱਧ ਮਿਲਣ। ਇਹ ਸਾਰੀਆਂ ਗੱਲਾਂ ਜਾਨੀ ਜੇ ਇਸ ਵਾਰ ਕਾਨੂੰਨ ਆਉਂਦੇ ਨੇ ਤਾਂ ਕੇਂਦਰ ਪੂਰੀ ਪਲੈਨਿੰਗ ਦੇ ਨਾਲ ਲੈ ਕੇ ਆਊਗਾ, ਤਾਂ ਉਧਰ ਦੂਜੇ ਪਾਸੋਂ ਜਿਹੜੇ ਵਿਰੋਧ ਕਰਨ ਵਾਲੇ ਨੇ, ਮੈਨੂੰ ਲੱਗਦਾ ਕਿ ਉਹਨੇ ਜ਼ੋਰ ਸ਼ੋਰ ਦੇ ਨਾਲ ਵਿਰੋਧ ਇਸ ਵਾਰ ਨਹੀਂ ਕਰ ਪਾਉਣਗੇ ਜਿੰਨਾ ਪਿਛਲੀ ਵਾਰੀ ਕੀਤਾ ਸੀਗਾ, ਜੋ ਇਸ ਵਕਤ ਹਾਲਾਤ ਜਿਹੜੇ ਲੱਗ ਰਹੇ ਨੇ। ਦੇਖੋ ਸੁਖਵਿੰਦਰ, ਜੇ ਹੁਣ ਕੇਂਦਰ ਦੀ ਸਰਕਾਰ ਦੁਆਰਾ ਕਾਨੂੰਨ ਬਣਾਉਂਦੀ ਹੈ, ਪਹਿਲਾਂ ਵਾਲੀ ਗਲਤੀ ਕੇਂਦਰ ਦੀ ਸਰਕਾਰ ਨਹੀਂ ਕਰੇਗੀ। ਮੈਂ ਸ਼ੁਰੂ ਵਿੱਚ ਇਹ ਗੱਲ ਕਹੀ ਸੀਗੀ ਕਿ ਸਰਕਾਰ ਦੀ ਗਲਤੀ ਸੀਗੀ ਕਿ ਸਰਕਾਰ ਨੇ ਕਿਸਾਨਾਂ ਨੂੰ ਕੌਨਫੀਡੈਂਸ ਵਿੱਚ ਲਏ ਬਿਨਾਂ 3 ਕਾਨੂੰਨ ਬਣਾਏ। ਹੁਣ ਤਾਂ ਉਹ ਇਹ ਗੱਲ ਕਹਿ ਰਿਹਾ ਕਿ ਚਰਚਾ ਕਰਾਂਗੇ ਸੂਬੇ ਦੇ ਕਿਸਾਨ, ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ। ਹਾਂ, ਤੇ ਹੁਣ ਚਰਚਾ ਹੋਏਗੀ, ਕਿਸਾਨਾਂ ਨਾਲ ਡਿਸਕਸ਼ਨ ਹੋਏਗੀ, ਸਲਾਹ ਮਸ਼ਵਰਾ ਹੋਏਗਾ। ਤੇ ਇਹ ਵੀ ਗੱਲ ਸੱਚ ਹੈਗੀ ਆ ਕਿ ਜੇ ਅਸੀਂ ਆਲ ਇੰਡੀਆ ਲੈਵਲ ਦੀ ਗੱਲ ਕਰੀਏ ਤਾਂ ਆਲ ਇੰਡੀਆ ਲੈਵਲ ਤੇ ਕਈ ਕਿਸਾਨ ਜਥੇਬੰਦੀਆਂ ਇਹੋ ਜਿਹੇ ਹੈਗੇ ਨੇ, ਐਗਰੀਕਲਚਰ ਇਕੋਨੋਮਿਸਟ ਵੀ ਹੈਗੇ ਨੇ, ਜਥੇਬੰਦੀਆਂ ਵੀ ਹੈਗੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਜਿਸ ਕਿਸਮ ਦੇ ਕਾਨੂੰਨ ਸਰਕਾਰ ਪਹਿਲਾਂ ਲੈ ਕੇ ਆਏ ਸੀ, ਉਸ ਕਿਸਮ ਦੇ ਕਾਨੂੰਨਾਂ ਦੀ ਲੋੜ ਹੈ। ਉਹਨਾਂ ਦਾ ਤਰਕ ਇਹ ਹੈ ਕਿ ਜੇਕਰ ਐਗਰੀਕਲਚਰ ਸੈਕਟਰ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਨੂੰ ਅਸੀਂ ਲੈ ਕੇ ਨਹੀਂ ਆਉਂਦੇ, ਫਿਰ ਜਿਵੇਂ ਹੁਣ ਕਣਕ ਝੋਨਾ ਜਿਹੜਾ ਸਟੋਰੇਜ ਕੈਪੈਸਿਟੀ ਦੀ ਘਾਟ ਹੋਣ ਕਰਕੇ ਗਲਦਾ ਸੜਦਾ ਰਹਿੰਦਾ ਹੈ, ਤੇ ਉਹ ਫਸਲਾਂ MSP ਕਰਕੇ ਅਸੀਂ ਉਹ ਫਸਲਾਂ ਉਗਾ ਰਹੇ ਹਾਂ ਜਿਹੜੀ ਫਸਲਾਂ ਦੀ ਸਾਨੂੰ ਫੂਡ ਸਟਾਕਸ ਲਈ ਲੋੜ ਨਹੀਂ ਹੈਗੀ। ਇਹ ਸਾਰੀਆਂ ਗੱਲਾਂ ਦਾ ਹੱਲ ਉਦੋਂ ਲੱਭਿਆ ਜਾਵੇਗਾ ਜੇਕਰ ਅਸੀਂ ਐਗਰੀਕਲਚਰ ਸੈਕਟਰ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਲੈ ਕੇ ਆਵਾਂਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਕਿਸਾਨਾਂ ਨੇ ਐਗਰੀਕਲਚਰ ਸੈਕਟਰ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਨੂੰ ਨਿੰਦਿਆ, ਪਰੰਤੂ ਫਿਰ ਵੀ ਕਿਸੇ ਨਾ ਕਿਸੇ ਲੈਵਲ ਤੇ ਪ੍ਰਾਈਵੇਟ ਇਨਵੈਸਟਮੈਂਟ ਦੀ ਲੋੜ ਹੈਗੀ ਆ। ਕਈ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਮੰਨਦੀਆਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਦੋਂ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਦੁਬਾਰਾ ਗੱਲ ਤੋਰੇਗੀ, ਫਿਰ ਜਿਹੜੀ ਵਿਰੋਧ ਵਾਲੀ ਸਥਿਤੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਹੋ ਸਕਦਾ ਹੈ ਫਿਰ ਉਹ ਵਿਰੋਧ ਨਾ ਮਾਤਰ ਰਹਿ ਜਾਵੇ ਜਾਂ ਵਿਰੋਧ ਨੂੰ ਖਤਮ ਕਰ ਦਿੱਤਾ ਜਾਵੇ ਹੈ ਜੀ। ਸੋ ਮੇਰੀ ਦਲੀਲ ਇਹ ਹੈ ਕਿ ਐਗਰੀਕਲਚਰ ਸੈਕਟਰ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਦੀ ਲੋੜ ਹੈ, ਪਰੰਤੂ ਨਾਲ ਰਾਜਨੀਤਿਕ ਲੈਵਲ ਤੇ ਇਸ ਗੱਲ ਦੀ ਲੋੜ ਵੀ ਹੈਗੀ ਆ ਕਿ ਕਿਸਾਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਬਣਦਾ ਹੈਗਾ ਕਿ ਜਿਸ ਕਿਸਮ ਦੇ ਖਦਸ਼ੇ ਕਰਕੇ 3 ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨਾਂ ਨੇ ਸੰਘਰਸ਼ ਲੜਿਆ, ਉਹ ਜਿਹੜੇ ਡਰ ਨੇ, ਉਹ ਜਿਹੜੇ ਖਦਸ਼ੇ ਨੇ, ਉਹਦਾ ਸਹੀ ਕਿਸਮ ਦੀ ਅਸ਼ੋਰੈਂਸ ਸਰਕਾਰ ਕਿਸਾਨਾਂ ਨੂੰ ਦੇਵੇ ਤਾਂ ਕਿ ਕਿਸਾਨ ਇਸ ਲੈਵਲ ਤੇ ਕੌਨਫੀਡੈਂਸ ਨਾਲ ਇਸ ਪਾਸੇ ਤੁਰ ਸਕਣ। ਬਿਲਕੁਲ। ਤਾਂ ਡਾਕਟਰ ਸਾਹਿਬ, ਆਪਾਂ ਅਗਲੀ ਖਬਰ ਦੀ ਜਿਹੜੀ ਗੱਲਬਾਤ ਕਰੀਏ, ਅਗਲੀ ਖਬਰ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਰਾਜਾ ਵੜਿੰਗ ਹੋਣੀ ਕੇਜਰੀਵਾਲ ਨੂੰ ਚਿੱਠੀਆਂ ਲਿਖਦੇ ਸੀਗੇ ਕਿ ਭਾਈ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਪ੍ਰਾਈਵੇਟ ਬੱਸਾਂ ਦੀ ਬਜਾਏ ਸਾਡੀਆਂ ਸਰਕਾਰੀ ਬੱਸਾਂ ਨੂੰ ਜਿਹੜੀ ਇਜਾਜ਼ਤ ਜਿਹੜੀ ਮਿਲਣੀ ਚਾਹੀਦੀ ਹੈ ਦਿੱਲੀ ਦੇ ਏਅਰਪੋਰਟ ਤੱਕ ਜਾਣ ਦੀ, ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਵੀ ਧਰਨਾ ਲਾਇਆ। ਰਾਜਾ ਵੜਿੰਗ ਪੰਜਾਬ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਨੂੰ ਪੱਤਰਕਾਰਾਂ ਦੇ ਸਾਹਮਣੇ ਮਿਲੇ। ਫਿਰ ਉਹਨਾਂ ਨੇ ਕਿਹਾ ਕਿ ਆਓ ਬੈਠਾਂਗੇ, ਆਪਾਂ ਕਦੇ ਗੱਲਬਾਤ ਇਸ ਮਸਲੇ ਤੇ ਕਰਾਂਗੇ, ਪਰ ਉਹ ਵਿੱਚ ਵਿਚਾਲੇ ਰਹਿ ਗਿਆ। ਹੁਣ ਆਪ ਦੀ ਸਰਕਾਰ ਬਣ ਗਈ ਹੈ, ਦੋਨਾਂ ਥਾਈਂ ਆਪ ਦੀ ਸਰਕਾਰ ਹੈ, ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਵੀ ਉਹੀ ਰਾਜਾ ਵੜਿੰਗ ਵਾਲੀ ਚਿੱਠੀ ਕੇਜਰੀਵਾਲ ਨੂੰ ਲਿਖ ਦਿੱਤੀ ਹੈ ਕਿ ਭਾਈ ਸਾਡਾ ਜਿਹੜਾ ਲੰਬੇ ਸਮੇਂ ਤੋਂ ਲਟਕਿਆ ਇਹ ਮਾਮਲਾ ਕਿ ਸਾਡੀਆਂ ਸਰਕਾਰੀ ਬੱਸਾਂ ਨੂੰ ਉੱਥੋਂ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ ਦਿੱਲੀ ਏਅਰਪੋਰਟ ਤੱਕ, ਤਾਂ ਉਸ ਨੂੰ ਜਿਹੜਾ ਕਹਿੰਦੇ ਹੱਲ ਕੀਤਾ ਜਾਵੇ। ਤੇ ਉਹਨਾਂ ਨੇ ਆਸ ਜਤਾਈ ਹੈ ਕਿ ਜਲਦੀ ਇਹ ਮਸਲਾ ਜਿਹੜਾ ਹੱਲ ਹੋ ਜਾਊਗਾ। ਕਿਵੇਂ ਦੇਖਦੇ ਹੋ ਡਾਕਟਰ ਸਾਹਿਬ, ਹੁਣ ਕੀ ਕਰਨਗੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ? ਸੁਵਿੰਦਰ, ਤੁਹਾਨੂੰ ਯਾਦ ਹੋਵੇਗਾ ਜਦੋਂ ਰਾਜਾ ਵੜਿੰਗ ਨੇ ਬਤੌਰ ਟਰਾਂਸਪੋਰਟ ਮੰਤਰੀ ਇਸ ਮੁੱਦੇ ਨੂੰ ਬਹੁਤ ਉਛਾਲਿਆ, ਉਦੋਂ ਇੱਕ ਗੱਲ ਨਿਕਲ ਕੇ ਬਾਹਰ ਆਈ ਸੀ, ਉਹ ਇਹ ਸੀਗੀ ਕਿ ਜਿਹੜੀਆਂ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਜਾਂਦੀਆਂ ਨੇ, ਉਹ ਬਹੁਤੀਆਂ ਕੋਲ ਟੂਰਿਸਟ ਪਰਮਿਟ ਨੇ। ਇੱਕ ਤਾਂ ਹੈਗੀਆਂ ਨਾ ਬੱਸਾਂ ਜਿਨ੍ਹਾਂ ਕੋਲ ਰੈਗੂਲਰ
रूट वाले परमिट ने, एक बसां वो चलदियां ने जिन्हां कोल टूरिस्ट परपस ने। ते तुहानूं याद होना है राजा वड़िंग ने खरे गल बहुत उछाली, इस गल नूं पोलिटिकली बहुत उछालिया, केजरीवाल वाली जिहड़ी तुसीं गल करदे वो भी कही, परंतु जिहड़ी ਉਹਦੇ ਚ ਜਿਹੜੀ ਟੈਕਨੀਕਲਟੀ ਗੱਲ ਬਾਹਰ ਆਈ, ਟੈਕਨੀਕਲ ਜਿਹੜੀ ਗੱਲ ਬਾਹਰ ਆਈ ਸੀ ਹੋਈ ਸੀਗੀ ਕਿ ਉਹ ਬੱਸਾਂ ਉਹ ਨੇ ਜਿਹੜੀਆਂ ਬੱਸਾਂ ਕੋਲ ਟੂਰਿਸਟ ਪਰਪਸ, ਜਾਣੀ ਕਿ ਇਹ ਤਾਂ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਪਹਿਲੀਆਂ ਸਰਕਾਰਾਂ ਨੇ ਜਿਸ ਕਿਸਮ ਦੇ ਟੂਰਿਸਟ ਜਿਹੜੇ ਹੈ ਪਰਮਿਟ ਪ੍ਰਾਈਵੇਟ ਅਦਾਰਿਆਂ ਦੀਆਂ ਬੱਸਾਂ ਕੋਲ ਸੀਗੀਆਂ, ਉਸ ਕਿਸਮ ਦੇ ਜਿਹੜੇ ਕਾਗਜ਼ਾਤ, ਉਸ ਕਿਸਮ ਦੇ ਪਰਮਿਟ ਸਰਕਾਰੀ ਬੱਸਾਂ ਨੂੰ ਕਿਉਂ ਨਹੀਂ ਦਿੱਤੇ ਗਏ, ਇਹ ਤਾਂ ਗੱਲ ਸਾਨੂੰ ਪਤਾ ਹੈ। ਪਰੰਤੂ ਹੁਣ ਜਦੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਜਿਵੇਂ ਰਾਜਾ ਵੜਿੰਗ ਦੀ ਤਰ੍ਹਾਂ ਇਹ ਗੱਲ ਦੁਬਾਰਾ ਚੁੱਕੀ ਹੈ, ਫਿਰ ਹੁਣ ਮੈਨੂੰ ਇਹ ਲੱਗਦਾ ਕਿ ਜੋ ਲੋੜੀਂਦੇ ਪਰਮਿਟ ਤਿਆਰ ਕਰਨ ਦੀ ਲੋੜ ਆ ਉਹ ਕੀਤੇ ਜਾਣਗੇ। ਜਿਵੇਂ ਜੇਕਰ ਕੋਈ ਵਿਵਸਥਾ ਦਿੱਲੀ ਸਰਕਾਰ ਨੇ ਕਰਨੀ ਹੈ ਉਹ ਕੀਤੀ ਜਾਏਗੀ। ਜਾਣੀ ਕਿ ਇਹ ਨਹੀਂ ਹੋ ਸਕਦਾ ਕਿ ਪੰਜਾਬ ਦੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਇਹ ਕਵੇ ਕਿ ਅਸੀਂ ਆਪਣੀਆਂ ਬੱਸਾਂ ਅਸੀਂ ਉੱਥੇ ਭੇਜਣਾ ਚਾਹੁੰਦੇ ਹਾਂ ਤੇ ਦਿੱਲੀ ਦੀ ਸਰਕਾਰ ਇਸ ਗੱਲ ਨੂੰ ਨਾ ਕਰ ਦੇਵੇ। ਜਿਹੜੀਆਂ ਟੈਕਨੀਕੈਲਿਟੀਜ਼ ਨੇ ਉਹਨਾਂ ਨੂੰ ਤਾਂ ਪੂਰਾ ਕਰਨ ਦੀ ਲੋੜ ਹੋਏਗੀ। ਸੋ ਜਿੰਨਾ ਕੁ ਮੈਂ ਹੁਣ ਪਾਰਟੀ ਕੋਈ ਹੈ, ਅਰਵਿੰਦ ਕੇਜਰੀਵਾਲ ਦੀ ਗਾਈਡੈਂਸ ਦੇ ਨਾਲ ਉਹ ਕਹਿੰਦੇ ਅਸੀਂ ਚੱਲ ਰਹੇ ਹਾਂ, ਰਾਜਨੀਤੀ ਵੀ ਉਹਨਾਂ ਦੀ ਗਾਈਡੈਂਸ ਦੇ ਨਾਲ ਹੀ ਕਰਨੀ ਹੈ, ਤਾਂ ਫਿਰ ਆਸ ਕੀਤੀ ਜਾਵੇਗੀ ਕਿ ਇਹ ਜਿਹੜੀ ਟੈਕਨੀਕਲਿਟੀਆਂ ਜਿਹੜੀਆਂ ਰਹਿੰਦੀਆਂ ਸੀ ਪੂਰੀਆਂ ਕਰਨ ਵਾਲੀਆਂ, ਉਹ ਅਰਵਿੰਦ ਕੇਜਰੀਵਾਲ ਫਿਰ ਉਹਨਾਂ ਦੇ ਅਫਸਰ ਜਿਹੜੇ ਆਪਣੇ ਗਾਈਡੈਂਸ ਦੇ ਰਾਹੀਂ ਉਹਨਾਂ ਨੂੰ ਕਮੀਆਂ ਨੂੰ ਪੂਰੀਆਂ ਕਰਕੇ, ਉਹਨਾਂ ਕਮੀਆਂ ਨੂੰ ਦੂਰ ਕਰਕੇ, ਤਾਂ ਫਿਰ ਇਹ ਜਲਦ ਹੀ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ ਉੱਧਰ ਨੂੰ ਚੱਲਣਗੀਆਂ। ਨਹੀਂ ਸੁਖਵਿੰਦਰ, ਤੁਹਾਨੂੰ ਯਾਦ ਕਰੋ ਰਾਜਾ ਵੜਿੰਗ ਕੀ ਕਹਿੰਦੇ ਹੁੰਦੇ ਸੀਗੇ ਕਿ ਕਿਹੜੇ ਟਰਾਂਸਪੋਰਟਰਾਂ ਦੀਆਂ ਬੱਸਾਂ ਨੇ ਜਿਹੜੀਆਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਜਾਂਦੀਆਂ ਨੇ, ਸਰਕਾਰੀ ਬੱਸਾਂ ਕਿਉਂ ਨਹੀਂ ਜਾਂਦੀਆਂ। ਜਿਹੜੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗੱਲ ਰਾਜਾ ਵੜਿੰਗ ਕਰਦੇ ਹੁੰਦੇ ਸੀ, ਉਹਨਾਂ ਟਰਾਂਸਪੋਰਟਰਾਂ ਪ੍ਰਤੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕੋਈ ਸਿੰਪਤੀ ਹੋਵੇ ਇਹ ਤਾਂ ਨਜ਼ਰ ਨਹੀਂ ਆਉਂਦੀ। ਉਹਨਾਂ ਨਾਲ ਕੋਈ ਸਿੰਪਤੀ ਨਹੀਂ ਹੈਗੀ। ਇਸ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਉਹ ਪ੍ਰਾਈਵੇਟ ਟਰਾਂਸਪੋਰਟਰ ਸੀਗੇ, ਜਿਹੜੇ ਟੂਰਿਸਟ ਬੱਸਾਂ ਸ਼ੋਅ ਕਰਕੇ ਬੱਸਾਂ ਚਲਾਉਂਦੇ ਸੀ ਹੈ ਜੀ, ਉਹਨਾਂ ਨੂੰ ਪੰਜਾਬ ਦੀ ਸਰਕਾਰ ਕਿਉਂ ਫੇਵਰ ਕਰੇਗੀ ਹੈ ਜੀ। ਸੋ ਪੰਜਾਬ ਦੀ ਸਰਕਾਰ ਦੀ ਉਹਨਾਂ ਨਾਲ ਕੋਈ ਸਿੰਪਤੀ ਨਹੀਂ। ਪਹਿਲੀਆਂ ਸਰਕਾਰਾਂ ਦੀ ਸਿੰਪਤੀ ਹੁੰਦੀ ਹੋਣੀ ਆ, ਜਾਣੀ ਕਿ ਰਾਜਾ ਵੜਿੰਗ ਦੇ ਟੈਨਿਓਰ ਤੋਂ ਪਹਿਲਾਂ ਤਾਂ ਸਿੰਪਤੀ ਸੀਗੀ, ਮਿਲੀ ਭੁਗਤ ਸੀਗੀ। ਇਸੇ ਕਰਕੇ ਇੰਨਾ ਲੰਮਾ ਸਮਾਂ ਉਸ ਗੱਲ ਦਾ ਕੋਈ ਹੱਲ ਨਹੀਂ ਲੱਭਿਆ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਦੇ ਸਮੇਂ ਵਿੱਚ ਜਦੋਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹੜੀਆਂ ਫਾਰਮੈਲਿਟੀਜ਼ ਨੂੰ ਪੂਰਾ ਕਰਨ ਦੀ ਲੋੜ ਆ ਉਹ ਕਰ ਲਿਆ ਜਾਏਗਾ। ਤੇ ਦਿੱਲੀ ਦੀ ਸਰਕਾਰ ਇਸ ਗੱਲ ਵਿੱਚ ਕੋਈ ਰੋੜਾ ਅਟਕਾਉਣ ਦੀ ਗੱਲ ਛੱਡੋ। ਮੇਰੇ ਮੁਤਾਬਕ ਦਿੱਲੀ ਦੀ ਸਰਕਾਰ ਇਸ ਪਰਪਸ ਲਈ ਪੰਜਾਬ ਦੀ ਮਦਦ ਕਰੇਗੀ। ਮੈਂ ਉਹੀ ਕਹਿਣਾ ਕਿ ਜਿਵੇਂ ਉਹ ਕਹਿੰਦੇ ਕਿ ਅਸੀਂ ਗਾਈਡੈਂਸ ਅਰਵਿੰਦ ਕੇਜਰੀਵਾਲ ਦੀ ਲੈ ਕੇ ਚੱਲਦੇ ਹਾਂ ਰਾਜਨੀਤੀ ਦੇ ਵਿੱਚ ਵੀ ਹਰ ਤਰੀਕੇ ਨਾਲ, ਉਹ ਉਸੇ ਤਰੀਕੇ ਦੇ ਨਾਲ ਹੀ ਫਿਰ ਉਹ ਮਦਦ ਕਰਨਗੇ ਪੰਜਾਬ ਦੀ ਸਰਕਾਰ ਦੀ ਕਿ ਇਹ ਕਮੀਆਂ ਨੂੰ ਦੂਰ ਕਰੋ, ਫਿਰ ਆਪਾਂ ਬੱਸਾਂ ਚਲਾ ਦਿੰਦੇ ਹਾਂ। ਮੈਂ ਵੀ ਉਹੀ ਗੱਲ ਕਹਿ ਰਿਹਾ ਸੀਗਾ। ਤਾਂ ਆਸ ਕੀਤੀ ਜਾਊਗੀ ਕਿ ਜਲਦ ਤੋਂ ਜਲਦ ਇਹ ਮਸਲਾ ਜਿਹੜਾ ਹੱਲ ਹੋ ਜਾਊਗਾ। ਤਾਂ ਡਾਕਟਰ ਸਾਹਿਬ ਉੱਧਰ ਕਾਂਗਰਸ ਦਾ ਕਲੇਸ਼ ਜਿਹੜਾ ਹਾਲੇ ਵੀ ਜਾਰੀ ਹੈ। ਨਵਨਿਯੁਕਤ ਟੀਮ ਜਿਹੜੀ ਹੈ ਉਹ ਜਾ ਕੇ ਅੱਜ ਮੁਲਾਕਾਤ ਕਰਕੇ ਆਈ ਸੋਨੀਆ ਗਾਂਧੀ ਦੇ ਨਾਲ ਵੀ, ਰਾਹੁਲ ਗਾਂਧੀ ਦੇ ਨਾਲ ਵੀ ਵੱਖਰੀਆਂ ਇਹ ਮੁਲਾਕਾਤਾਂ ਹੋਈਆਂ ਨੇ। ਤਾਂ ਉਧਰ ਰਾਜਾ ਵੜਿੰਗ ਨੇ ਬਾਹਰ ਆ ਕੇ ਇਹ ਗੱਲਾਂ ਕਹਿ ਦੀਆਂ ਕਿ ਚਾਹੇ ਕੋਈ ਵੀ ਲੀਡਰ ਹੋਵੇ, ਚਾਹੇ ਮੈਂ ਹੋਵਾਂ, ਚਾਹੇ ਕੋਈ ਹੋਵੇ, ਆ ਟਵੀਟ ਵੂਟ ਕਰਨ ਵਾਲੇ ਜਿਹੜੇ ਪਾਰਟੀ ਦੇ ਖਿਲਾਫ, ਪਾਰਟੀ ਦੇ ਲੀਡਰਾਂ ਦੇ ਖਿਲਾਫ ਸਾਵਧਾਨ ਹੋ ਜਾਣ। ਆ ਦੂਜੀਆਂ ਜਿਹੜੇ ਲੋਕ ਬਿਆਨਬਾਜ਼ੀਆਂ ਕਰਦੇ ਆ ਉਹ ਸਾਵਧਾਨ ਹੋ ਜਾਣ। ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ। ਪਾਰਟੀ ਤੋਂ ਬਾਹਰ ਦਾ ਰਸਤਾ, ਟਵੀਟ ਵੂਟ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਤਾਂ ਫਿਰ ਨਵਜੋਤ ਸਿੰਘ ਸਿੱਧੂ ਹੀ ਕਰਦੇ ਆ। ਪਰ ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਦੀ ਜਿਹੜੀ ਇਹ ਸਿੱਧੀ ਧਮਕੀ ਜਿਹੜੀ ਵੈਸੇ ਤਾਂ ਸਾਰੇ ਲੀਡਰਾਂ ਨੂੰ ਹੀ ਹੈ, ਪਰ ਮੋਹਰੀ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਦੇਖੀ ਜਾ ਰਹੀ ਹੈ? ਦੇਖੋ ਸੁਖਵਿੰਦਰ ਸਿੰਘ ਜੀ, ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਾਂਗਰਸ ਦੇ ਅੰਦਰ ਜਿੰਨਾ ਚਿੱਕੜ ਇੱਕ ਦੂਜੇ ਤੇ ਸੁੱਟਿਆ ਗਿਆ ਇਲੈਕਸ਼ਨ ਦੇ ਦੌਰਾਨ, ਤੇ ਓਡਾ ਵੱਡਾ ਚਿੱਕੜ ਇੱਕ ਦੂਜੇ ਤੇ ਕਿਸੇ ਪਾਰਟੀ ਦੇ ਅੰਦਰ ਨਹੀਂ ਸੁੱਟਿਆ ਗਿਆ। ਤੇ ਇਹ ਵੀ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਕਾਂਗਰਸ ਪਾਰਟੀ ਨੂੰ ਅੰਦਰੂਨੀ ਕਲੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ। ਮੁੱਖ ਮੰਤਰੀ ਦੇ ਖਿਲਾਫ ਪ੍ਰਧਾਨ ਜੀ ਬੋਲਦੇ ਰਹੇ, ਪ੍ਰਧਾਨ ਜੀ ਦੇ ਖਿਲਾਫ ਮੰਤਰੀ ਬੋਲਦੇ ਰਹੇ। ਤੇ ਇਸ ਕਰਕੇ ਹੁਣ ਜਦੋਂ
ਕਾਂਗਰਸ ਦੀ ਪ੍ਰਧਾਨਗੀ ਨਵੇਂ ਨੋਟ ਤੇ ਸ਼ੁਰੂ ਹੋ ਰਹੀ ਹੈ ਤੇ ਇਹਨਾਂ ਸਾਰੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਅੰਦਰੂਨੀ ਕਲੇਸ਼ ਦਾ, ਤੇ ਫਿਰ ਉਹ ਇਸ ਕਿਸਮ ਦੀ ਜਿਹੜੀ ਹੈਗੀ ਨਾ ਡੈਕਲੇਰੇਸ਼ਨ, ਇਸ ਕਿਸਮ ਦਾ ਐਲਾਨ ਜ਼ਰੂਰੀ ਬਣ ਜਾਂਦਾ ਕਿ ਇਨਡਿਸਿਪਲਿਨ ਨਹੀਂ ਟੋਲਰੇਟ ਕੀਤਾ ਜਾਏਗਾ। ਪਰੰਤੂ ਨਾਲ ਇੱਕ ਗੱਲ ਰਾਜਾ ਵੜਿੰਗ ਨੇ ਹੋਰ ਵੀ ਕਹੀ ਹੈ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ, ਸਾਨੂੰ ਸੁਨੀਲ ਕੁਮਾਰ ਜਾਖੜ ਦੀ ਵੀ ਲੋੜ ਹੈ ਜੀ। ਚਾਹੇ ਇਹ ਗੱਲ ਕਹੀ ਹੈ ਕਿ ਅਸੀਂ ਇਨਡਿਸਿਪਲਿਨ ਟੋਲਰੇਟ ਨਹੀਂ ਕਰਾਂਗੇ ਤੇ ਜੋ ਵਿਅਕਤੀ ਇਨਡਿਸਿਪਲਿਨ ਕਰਨਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ। ਵੈਸੇ ਇਹ ਵੀ ਗੱਲ ਸੱਚ ਹੈ ਕਿ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਕੋਲ ਸਮਾਂ ਹੈਗਾ, 5 ਸਾਲ ਬਾਅਦ ਤੁਸੀਂ ਅਸੈਂਬਲੀ ਦੀ ਚੋਣ ਲੜਨੀ ਹੈ ਜੀ, ਤੇ 24 ਵਿੱਚ ਤੁਸੀਂ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਨੇ। ਸੋ ਇਸ ਕਰਕੇ ਤੁਸੀਂ ਇਹ ਅਫੋਰਡ ਕਰ ਸਕਦੇ ਹੋ ਕਿ ਜੋ ਕੋਈ ਵਿਅਕਤੀ ਕਾਂਗਰਸ ਦੇ ਅੰਦਰ ਕਾਂਗਰਸ ਦੇ ਪ੍ਰਧਾਨ ਨੂੰ ਡਿਫਾਈ ਕਰਦਾ ਹੈ ਤੇ ਇਸ ਗੱਲ ਲਈ ਕਾਂਗਰਸ ਦੇ ਪ੍ਰਧਾਨ ਨੂੰ ਸੈਂਟਰ ਹਾਈ ਕਮਾਂਡ ਦਾ ਸਮਰਥਨ ਹੈ, ਕਿਸ ਗੱਲ ਲਈ ਕਿ ਇਨਡਿਸਿਪਲਿਨ ਨੂੰ ਟੋਲਰੇਟ ਨਾ ਕੀਤਾ ਜਾਵੇ। ਫਿਰ ਵਾਕਿਆ ਹੀ ਇਸ ਕਿਸਮ ਦੀ ਨਵੀਂ ਕਿਸਮ ਦੀ ਸ਼ੁਰੂਆਤ ਕਾਂਗਰਸ ਵਿੱਚ ਮੈਨੂੰ ਲੱਗਦਾ ਹੋਣ ਜਾ ਰਹੀ ਹੈ। ਪਰੰਤੂ ਇਹ ਵੀ ਸੱਚ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪ ਕਰਨ ਵਾਲੇ ਹੈ ਨਹੀਂ ਗਏ। ਇਹ ਵੀ ਸੱਚ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਚੁੱਪ ਕਰ ਗਏ ਫਿਰ ਨਵਜੋਤ ਸਿੰਘ ਸਿੱਧੂ ਰਹੇ ਹੀ ਨਾ। ਔਰ ਦੂਜੀ ਗੱਲ ਡਾਕਟਰ ਸਾਹਿਬ ਇਹ ਵੀ ਹੈ ਕਿ ਜਿੱਥੇ ਮੁਲਾਕਾਤ ਹੋਈ ਹੈ ਉਹਨਾਂ ਨੇ ਫਿਰ ਕਿਹਾ ਹੋਣਾ ਕਿ ਤੁਸੀਂ ਭਾਈ ਇਸ ਕਿਸਮ ਦਾ ਮੈਸੇਜ ਬਾਹਰ ਜਾ ਕੇ ਤੁਸੀਂ ਸਭ ਨੂੰ ਦੇ ਦਿਓ। ਔਰ ਜਿਸ ਤਰੀਕੇ ਦੇ ਨਾਲ ਜੇ ਉਹ ਇਹ ਗੱਲਾਂ ਕਹਿ ਰਹੇ ਨੇ ਕਿ ਹਰ ਵਰਕਰ ਦੀ ਲੋੜ ਹੈ ਤੇ ਨਵਜੋਤ ਸਿੱਧੂ ਦੀ ਲੋੜ ਹੈ, ਤੇ ਜੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਇਸ ਵਕਤ ਜੇ ਨਵਜੋਤ ਸਿੰਘ ਸਿੱਧੂ ਗੱਲਾਂ ਕਰਦੇ ਰਹੇ ਆ ਸਿੱਧੇ ਤੌਰ ਤੇ ਪਹਿਲਾਂ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਜਾਊਗਾ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਜੇ ਰਾਜਾ ਵੜਿੰਗ ਵਰਗਾ ਬੰਦਾ ਜਿਹਦੀ ਨਵਜੋਤ ਸਿੰਘ ਸਿੱਧੂ ਦੀ ਮਦਦ ਲੈ ਕੇ ਮੰਤਰੀ ਬਣਿਆ ਹੋਵੇ, ਜਿਹੜਾ ਖੁਦ ਨਵਜੋਤ ਸਿੰਘ ਸਿੱਧੂ ਦੇ ਨਾਲ ਚੱਲਦਾ ਰਿਹਾ ਹੋਵੇ, ਜੇ ਉਹ ਹੀ ਜਿਹੜਾ ਇਸ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਧਮਕੀ ਜਾਂ ਸਿੱਧੇ ਤੌਰ ਤੇ ਚੇਤਾਵਨੀ ਨਵਜੋਤ ਸਿੰਘ ਸਿੱਧੂ ਨੂੰ ਦੇ ਦੇਵੇ, ਤਾਂ ਇਹਦਾ ਮਤਲਬ ਇਹ ਹੈ ਕਿ ਮੈਸੇਜ ਅੰਦਰੋਂ ਆਇਆ। ਤਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਉਹ ਗੱਲਬਾਤ ਵੈਸੇ ਤਾਂ ਪਹਿਲਾਂ ਹੀ ਆਪਾਂ ਨੂੰ ਪਤਾ ਹੈ ਕਿ ਕਾਂਗਰਸ ਦੇ ਵਿੱਚ ਰਹੀ ਨਹੀਂ, ਤਾਂ ਫਿਰ ਇਹ ਸ਼ੋਅ ਕਰਦਾ ਕਿ ਬਹੁਤਾ ਸਮਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਹੈ ਨਹੀਂ ਕਾਂਗਰਸ ਦੇ ਅੰਦਰ ਰਹਿਣ ਦਾ। ਹੁਣ ਜਦੋਂ ਕਾਂਗਰਸ ਨੇ ਨਵਾਂ ਪ੍ਰਧਾਨ ਲਾਇਆ ਹੈ ਤੇ ਜਿਹੜੇ ਕਾਂਗਰਸ ਦੇ ਪੰਜਾਬ ਦੀ ਕਾਂਗਰਸ ਦੇ ਅੰਦਰ ਅਲੱਗ-ਅਲੱਗ ਧੜੇ ਹੈਗੇ ਆ, ਇਹਨਾਂ ਸਾਰੇ ਧੜਿਆਂ ਦੇ ਲੀਡਰਾਂ ਨੇ ਸੈਂਟਰ ਹਾਈ ਕਮਾਂਡ ਨੂੰ ਜਾ ਕੇ ਆਪੋ ਆਪਣਾ ਪੱਖ ਰੱਖਿਆ ਹੋਣਾ। ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੋਣੀ ਆ ਕਿ ਜੀ ਜਿਸ ਕਿਸਮ ਦਾ ਇਨਡਿਸਿਪਲਿਨ ਸਾਡੇ ਪਹਿਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਦੇ ਰਹੇ ਉਹਦਾ ਪਾਰਟੀ ਨੂੰ ਨੁਕਸਾਨ ਹੋਇਆ। ਉਦਾਹਰਨ ਦੇ ਤੌਰ ਤੇ ਜੇ ਫਾਰ ਐਗਜ਼ਾਮਪਲ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਸੀ ਇੱਕ ਦਿਨ ਕਿ ਮੈਂ ਜਿਨ੍ਹਾਂ ਦੇ ਘਰੋਂ ਪੈਸਾ ਫੜਿਆ ਗਿਆ ਉਹਨਾਂ ਨਾਲ ਮੇਰੀ ਕੋਈ ਸਾਂਝ ਨਹੀਂ, ਮੈਂ ਉਹਨਾਂ ਨਾਲ ਨਹੀਂ ਚੱਲ ਸਕਦਾ। ਫਿਰ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਵੱਲ ਨਵਜੋਤ ਸਿੰਘ ਸਿੱਧੂ ਇਸ਼ਾਰਾ ਕਰ ਰਹੇ ਸੀ, ਜਦੋਂ ਉਹ ਜਾ ਕੇ ਸੈਂਟਰ ਹਾਈ ਕਮਾਂਡ ਨੂੰ ਮਿਲਣਗੇ ਫਿਰ ਉਹ ਇਹ ਵੀ ਤਾਂ ਕਹਿਣਗੇ ਕਿ ਜੀ ਜਿਸ ਕਿਸਮ ਦੀ ਡਿਸੀਡੈਂਸ, ਜਿਸ ਕਿਸਮ ਦਾ ਵਿਰੋਧ, ਜਿਸ ਕਿਸਮ ਦਾ ਇਨਡਿਸਿਪਲਿਨ ਨਵਜੋਤ ਸਿੰਘ ਸਿੱਧੂ ਕਰਦੇ ਰਹੇ ਉਸ ਕਰਕੇ ਕਾਂਗਰਸ ਆ ਰਹੀ ਹੈ। ਸੋ ਕਾਂਗਰਸ ਦੇ ਅੰਦਰ ਬੜੇ ਲੀਡਰ ਹੈਗੇ ਜਿਨ੍ਹਾਂ ਨੇ ਸੈਂਟਰ ਹਾਈ ਕਮਾਂਡ ਨੂੰ ਹੁਣ ਦੇ ਕੰਟੈਕਸਟ ਵਿੱਚ ਨਵਾਂ ਪ੍ਰਧਾਨ ਲੱਗਣ ਵੇਲੇ ਇਹ ਗੱਲ ਕਹੀ ਹੋਵੇ ਕਿ ਕਾਂਗਰਸ ਦਾ ਸਭ ਤੋਂ ਵੱਡਾ ਨੁਕਸਾਨ ਤੇ ਜਿਸ ਕਿਸਮ ਦੀ ਬਿਆਨਬਾਜ਼ੀ ਨਵਜੋਤ ਸਿੰਘ ਸਿੱਧੂ ਕਰਦੇ ਰਹੇ ਨੇ ਉਹਦੇ ਕਰਕੇ ਹੋਇਆ। ਉਸ ਤੋਂ ਬਾਅਦ ਜੇ ਸੈਂਟਰ ਹਾਈ ਕਮਾਂਡ ਨੇ ਇਸ ਕਿਸਮ ਦਾ ਡਾਇਰੈਕਟਿਵ ਨਵੇਂ ਪਾਰਟੀ ਪ੍ਰਧਾਨ ਨੂੰ ਦਿੱਤਾ ਹੋਵੇ, ਇਸ ਗੱਲ ਤੋਂ ਵੀ ਆਪਾਂ ਮੁੱਕ ਨਹੀਂ ਸਕਦੇ। ਬਾਕੀ ਸਾਰੀਆਂ ਗੱਲਾਂ ਛੱਡੋ ਜੀ, ਨਵਜੋਤ ਸਿੰਘ ਸਿੱਧੂ ਤਾਂ ਜਦੋਂ ਆਪਣੀ ਲੈਬ ਵਿੱਚ ਆਉਂਦੇ ਸੀਗੇ ਕਿ ਪ੍ਰਿਯੰਕਾ ਵਾਡਰਾ ਰੈਲੀ ਵਿੱਚ ਬੈਠੇ ਹੋਣ, ਨਵਜੋਤ ਸਿੰਘ ਸਿੱਧੂ ਨੇ ਡਿਫਾਈ ਕਰਕੇ ਆਪਣਾ ਇਕੱਠ ਨੂੰ ਸੰਬੋਧਨ ਨਾ ਕੀਤਾ ਹੋਵੇ, ਇਹ ਸਾਰੀਆਂ ਗੱਲਾਂ ਤੋਂ ਸੈਂਟਰ ਹਾਈ ਕਮਾਂਡ ਭਲੀ ਭਾਂਤ ਵਾਕਫ ਹੈ, ਜਾਣੂ ਆ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਦੇ ਅੰਦਰ ਬੜੀ ਸਾਰੀ ਗਿਣਤੀ ਇਹ ਲੋਕਾਂ ਦੀ ਹੋਏਗੀ ਜਿਨ੍ਹਾਂ ਨੇ ਹਾਈ ਕਮਾਂਡ ਨੂੰ ਇਹ ਗੱਲ ਕਹੀ ਕਿ ਜਿਸ ਕਿਸਮ ਦਾ ਟਾਇਰੇਡ ਇਨਡਿਸਿਪਲਿਨ ਨਵਜੋਤ ਸਿੰਘ ਸਿੱਧੂ ਕਰਦੇ ਰਹੇ ਨੇ ਉਸ ਕਿਸਮ ਦਾ ਇਨਡਿਸਿਪਲਿਨ ਫਿਊਚਰ ਵਿੱਚ ਨਹੀਂ ਹੋਣਾ ਚਾਹੀਦਾ ਹੈ ਜੀ, ਔਰ ਇਸ ਕਿਸਮ ਦਾ ਡਾਇਰੈਕਟਿਵ ਨਵੇਂ ਪ੍ਰਧਾਨ ਨੂੰ ਦਿੱਤਾ ਹੋਵੇ। ਸੋ ਕਮਾਲ ਦੀ ਚੀਜ਼ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੀ ਹੋਏਗੀ ਕਿ ਜਿਹੜੀ ਮੈਸੇਜ ਫਿਰ ਨਵਜੋਤ ਸਿੰਘ ਸਿੱਧੂ ਲਈ ਹੋ ਸਕਦਾ ਕਿ ਭਾਈ ਹੁਣ ਤੁਹਾਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਤੁਹਾਨੂੰ ਪਾਰਟੀ ਦੀ ਲੋੜ ਨਹੀਂ, ਜੇ ਰਹਿਣਾ ਤਾਂ ਫਿਰ ਡਿਸਿਪਲਿਨ ਦੇ ਵਿੱਚ ਰਹਿਣਾ ਪਊਗਾ। ਹਾਲਾਂਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਇਨਡਿਸਿਪਲਿਨ ਕੀ ਕੀਤਾ, ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸਮਝ ਨਹੀਂ ਲੱਗ ਰਹੀ ਉਹਨਾਂ ਨੂੰ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ, ਪਰ ਸਿੱਧੇ ਤੌਰ ਤੇ ਨਵਜੋਤ ਸਿੱਧੂ ਨੂੰ ਇਹ ਮੈਸੇਜ ਹੈ ਕਿ ਹੁਣ ਤੁਹਾਨੂੰ ਜਿਹੜਾ ਨਹੀਂ ਟੋਲਰੇਟ ਕੀਤਾ ਜਾਊਗਾ, ਜੇ ਇਸ ਤਰੀਕੇ ਨਾਲ ਕਰੋਗੇ ਤਾਂ ਫਿਰ ਇਸ ਤਰੀਕੇ ਦਾ ਐਕਸ਼ਨ ਆਊਗਾ। ਨਹੀਂ, ਉਹ ਵੀ ਗੱਲ ਤੁਸੀਂ ਨੋਟ ਨਹੀਂ ਕੀਤੀ ਹੈਗੀ। ਆਪਣਾ ਰਾਜਾ ਵੜਿੰਗ ਨੇ ਇਹ ਗੱਲ ਕਹੀ
ਕਿ ਤੁਸੀਂ ਗੱਲ ਪਾਰਟੀ ਦੇ ਅੰਦਰ ਸਾਡੇ ਕੋਲ ਰੱਖ ਸਕਦੇ ਹੋ, ਤੁਸੀਂ ਜਿਹੜੇ ਇੰਚਾਰਜ ਨੇ ਹਰੀਸ਼ ਆਪਣਾ ਚੌਧਰੀ ਉਹਦੇ ਕੋਲ ਰੱਖ ਸਕਦੇ ਹੋ, ਤੁਸੀਂ ਆਪਣੀ ਗੱਲ ਸੈਂਟਰ ਹਾਈ ਕਮਾਂਡ ਕੋਲ ਰੱਖ ਸਕਦੇ ਹੋ। ਇਹ ਮਤਲਬ ਇਹ ਪਲੇਟਫਾਰਮ ਡਾਕਟਰ ਸਾਹਿਬ ਇੱਕ ਗੱਲ ਜਿਹੜੀ ਮੈਂ ਭੁੱਲ ਨਾ ਜਾਵਾਂ, ਠੀਕ ਹੈ ਕਾਂਗਰਸ ਜਿਹੜੀ ਹਾਰ ਗਈ, ਕਾਂਗਰਸ ਦੀ ਜਿਹੜੇ ਜ਼ਿੰਮੇਵਾਰੀ ਆ ਉਹ ਪ੍ਰਧਾਨਾਂ ਦੇ ਉੱਪਰ ਸਿੱਟ ਦਿੱਤੀ ਗਈ, ਪਰ ਹਰੀਸ਼ ਚੌਧਰੀ ਜਿਨ੍ਹਾਂ ਦੇ ਉੱਪਰ ਤਰ੍ਹਾਂ ਦੇ ਇਲਜ਼ਾਮ ਸਿਰਫ ਇੱਕ ਲੀਡਰ ਦੇ ਵੱਲੋਂ ਨਹੀਂ ਸਗੋਂ ਦੀ ਬਹੁਤੇ ਲੀਡਰਾਂ ਦੇ ਵੱਲੋਂ ਲਾਏ ਗਏ, ਜਿਹੜੇ ਕਿ ਵੱਖ-ਵੱਖ ਧੜਿਆਂ ਦੇ ਨਾਲ ਵੀ ਸੰਬੰਧਿਤ ਸੀਗੇ ਤੇ ਧੜਿਆਂ ਤੋਂ ਬਾਹਰ ਦੇ ਲੋਕ ਵੀ ਜਿਹੜੇ ਸੰਬੰਧਿਤ ਸੀਗੇ, ਉਹਨਾਂ ਦੇ ਵੱਲੋਂ ਵੀ ਜਿਹੜੀਆਂ ਇਲਜ਼ਾਮਬਾਜ਼ੀਆਂ ਲਾਈਆਂ ਗਈਆਂ ਇੰਚਾਰਜ ਦੇ ਤੌਰ ਤੇ ਹਰੀਸ਼ ਚੌਧਰੀ ਤੇ, ਪਰ ਉਹਨਾਂ ਨੂੰ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਕਸ਼ਨ ਨਹੀਂ, ਉਹਨਾਂ ਨੂੰ ਜਿਹੜਾ ਬਦਲਿਆ ਨਹੀਂ ਗਿਆ। ਕਿਤੇ ਇਸ ਕਰਕੇ ਤਾਂ ਨਹੀਂ ਕਿ ਜੇ ਅਸੀਂ ਪੰਜਾਬ ਦੇ ਇੰਚਾਰਜ ਦੇ ਉੱਪਰ ਜ਼ਿੰਮੇਵਾਰੀ ਪਾਉਨੇ ਆ ਹਾਰ ਦੀ, ਤਾਂ ਫਿਰ ਕਿਤੇ ਨਾ ਕਿਤੇ ਯੂਪੀ ਦੀ ਹਾਰ ਦੀ ਜ਼ਿੰਮੇਵਾਰੀ ਪ੍ਰਿਯੰਕਾ ਦੇ ਮੋਢਿਆਂ ਤੇ ਵੀ ਪਾਉਣੀ ਪਊ, ਕਿਉਂਕਿ ਉਹ ਉੱਥੇ ਇੰਚਾਰਜ ਸੀ, ਜਨਰਲ ਸੈਕਟਰੀ ਸੀ। ਦੇਖੋ ਕਾਂਗਰਸ ਤਾਂ ਵਾਈਪ ਆਊਟ ਯੂਪੀ ਵਿੱਚ ਪੰਜਾਬ ਤੋਂ ਵੱਡੇ ਲੈਵਲ ਤੇ ਹੋਈ ਹੈ, ਪੰਜਾਬ ਵਿੱਚ ਤਾਂ ਫਿਰ 18 ਸੀਟਾਂ ਆ ਗਈਆਂ, ਯੂਪੀ ਵਿੱਚ ਤਾਂ ਕਾਂਗਰਸ ਲੱਭੀ ਨਹੀਂ ਹੈਗੀ। ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਦਲੀਲ ਦੇ ਰਹੇ ਹੋ, ਵਾਕਿਆ ਹੀ ਫਿਰ ਜਿਹੜਾ ਹਾਰ ਦਾ ਭਾਂਡਾ ਹੈ ਨਾ ਉਹ ਫਿਰ ਪ੍ਰਿਯੰਕਾ ਗਾਂਧੀ ਦੇ ਸਿਰ ਫੁੱਟੂਗਾ। ਤੇ ਜੇ ਉਸ ਗੱਲ ਨੂੰ ਰੋਕਣਾ ਹੋਵੇ ਤੇ ਫਿਰ ਠੀਕ ਹੈ ਵੀ ਜਿਹੜੇ ਪ੍ਰਭਾਰੀ ਨੇ ਜਾਂ ਇੰਚਾਰਜ ਨੇ, ਜੋ ਵੀ ਇਹਨਾਂ ਦਾ ਡੈਜ਼ਿਗਨੇਸ਼ਨ ਹੈ, ਇਹਨਾਂ ਨੂੰ ਕੰਟੀਨਿਊ ਰਹਿਣ ਦਿਓ ਹੈ ਜੀ। ਸੋ ਇਸ ਤੁਹਾਡੀ ਗੱਲ ਵਿੱਚ ਵਜਨ ਹੈ। ਮੈਂ ਗੱਲ ਜਿਹੜੀ ਕਰ ਰਿਹਾ ਸੀ ਉਹ ਪੂਰੀ ਉਹ ਇਹ ਸੀਗੀ ਕਿ ਪਾਰਟੀ ਪ੍ਰਧਾਨ ਨੇ ਇਹ ਕਹਿਤਾ ਵੀ ਆਹ ਪਲੇਟਫਾਰਮਸ ਨੇ ਜਿੱਥੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਜਿਹਦਾ ਇੰਪਲਾਈਡ ਮੀਨਿੰਗ ਇਹ ਹੈ ਕਿ ਜੇ ਤੁਸੀਂ ਪਾਰਟੀ ਦੇ ਅੰਦਰ ਗੱਲ ਨਾ ਰੱਖ ਕੇ ਬਾਹਰ ਰੱਖੋਗੇ ਉਸ ਨੂੰ ਇਨਡਿਸਪਲਿਨ ਮੰਨਿਆ ਜਾਏਗਾ, ਜਿਹੜਾ ਕੰਮ ਨਵਜੋਤ ਸਿੰਘ ਸਿੱਧੂ ਹੁਣ ਤੱਕ ਕਰਦੇ ਰਹੇ ਨੇ। ਯਾਨੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਅੰਦਰ ਗੱਲ ਘੱਟ ਰੱਖਦੇ ਸੀ, ਪਾਰਟੀ ਤੋਂ ਬਾਹਰ ਗੱਲ ਜ਼ਿਆਦਾ ਰੱਖਦੇ ਸੀ। ਸੋ ਇਹੀ ਗੱਲ ਬਹੁਤ ਜ਼ੋਰ ਦੇ ਕੇ ਆਪਣੇ ਰਾਜਾ ਵੜਿੰਗ ਨੇ ਕਹੀ ਹੈ ਕਿ ਤੁਸੀਂ ਪਾਰਟੀ ਦੇ ਜਿਹੜੇ ਅੰਦਰ ਦੇ ਫੋਰਮਸ ਨੇ, ਪਾਰਟੀ ਦੇ ਅੰਦਰ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਪਰੰਤੂ ਪਾਰਟੀ ਦੇ ਬਾਹਰ ਜਾ ਕੇ ਜੇ ਤੁਸੀਂ ਗੱਲ ਰੱਖੋਗੇ, ਜੇ ਤੁਸੀਂ ਪਬਲਿਕਲੀ ਪਾਰਟੀ ਦੇ ਫੈਸਲੇ ਨਾਲ ਡਿਸਐਗਰੀ ਕਰੋਗੇ, ਫਿਰ ਉਹਨੂੰ ਇਨਡਿਸਪਲਿਨ ਮੰਨਿਆ ਜਾਏਗਾ। ਉਹਨੂੰ ਇਨਡਿਸਪਲਿਨ ਮੰਨਦੇ ਹੋਏ ਫਿਰ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ। ਇਹ ਗੱਲਾਂ ਜ਼ੋਰ ਦੇ ਕੇ ਰਾਜਾ ਵੜਿੰਗ ਨੇ ਕਹੀਆਂ ਨੇ। ਬਿਲਕੁਲ ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।